ਚੈਪਟਰ ਅਸੀਂ ਸਟਾਰਟ ਕੀਤਾ ਹੋਇਆ ਜੀ ਜੋ ਆਫਲਾਈਨ ਬੈਚ ਦੇ ਵਿੱਚ ਉਹ ਹੈਗਾ ਆਪਟਿਕਸ। ਤੁਹਾਨੂੰ ਅੱਜ ਸਟਾਰਟ ਕਰਾਉਣਾ ਮੈਂ ਆਪਟਿਕਸ ਚੈਪਟਰ ਤੁਸੀਂ 10th ਕਲਾਸ ਦੇ ਵਿੱਚ ਵੀ ਕੀਤਾ ਹੋਇਆ ਹੈਗਾ, ਠੀਕ ਹੈ। ਕਾਫੀ ਇੰਪੋਰਟੈਂਟ ਚੈਪਟਰ ਹੈ। 16 ਮਾਰਕਸ ਦਾ ਨੀਅਰ ਅਬਾਊਟ ਇਹਦੇ ਵਿੱਚ ਤੁਹਾਨੂੰ ਪੇਪਰ ਮਿਲਦਾ ਹੈਗਾ। ਬਹੁਤ ਹੁੰਦੇ ਨੇ 16 ਮਾਰਕਸ ਇੱਕ ਚੈਪਟਰ ਦੇ ਵਿੱਚੋਂ, ਠੀਕ ਹੈ ਜੀ। ਜਦੋਂ ਵੀ ਬੱਚੇ ਵਰਡ ਆਪਟਿਕਸ ਆਉਂਦਾ ਨਾ, ਤਾਂ ਆਪਟਿਕਸ ਦਾ ਮਤਲਬ ਆਪਟੀਕਲ ਦਾ ਮਤਲਬ ਲਾਈਟ, ਮਤਲਬ ਅਸੀਂ ਲਾਈਟ ਦੀ ਗੱਲ ਕਰਨੀ ਹੈ। ਜਿਵੇਂ ਦੇਖੋ ਤੁਸੀਂ ਪੜ੍ਹਦੇ ਹੋ, ਪੜ੍ਹਦੇ ਨਹੀਂ ਸੌਰੀ, ਜਿਵੇਂ ਤੁਸੀਂ ਦੁਕਾਨਾਂ 'ਤੇ ਦੇਖਦੇ ਹੋ ਨਾ ਆਪਟੀਕਲ ਜਿਹੜੀਆਂ ਕਿ ਸ਼ਾਪਸ ਹੁੰਦੀਆਂ ਨੇ, ਜਿਵੇਂ ਗੋਪਾਲ ਆਪਟੀਕਲਸ, ਹਨਾ। ਮਤਲਬ ਉੱਥੇ ਕਿਤੇ ਨਾ ਕਿਤੇ ਲਾਈਟ ਦੇ ਨਾਲ, ਹਨਾ, ਕੁਛ ਨਾ ਕੁਛ ਜਿਹੜੇ ਕੀ ਹੈ ਕਨਸੈਪਟ ਜਿਹੜੇ ਜੁੜੇ ਹੋਏ ਨੇ, ਦੈਟ ਮੀਨਸ ਉਹ ਸਾਰੇ ਉੱਥੇ ਕੀ ਹੈ ਉਹਦੇ ਬਾਰੇ ਕੀ ਗੱਲਬਾਤ ਕੀਤੀ ਜਾਂਦੀ। ਜਿਵੇਂ ਕਿਸੇ ਦੀ ਨਿਗਾਹ ਘਟ ਗਈ, ਹਨਾ, ਤਾਂ ਐਨਕ ਲਗਵਾਉਣੀ ਹੈ, ਠੀਕ ਹੈ, ਤਾਂ ਉਹ ਆਪਟੀਕਲ ਵਾਲੀ ਕੀ ਸ਼ਾਪ ਤੇ ਜਾਂਦਾ ਹੈਗਾ, ਠੀਕ ਹੈ। ਜਿਹੜੀ ਆਪਟਿਕਸ ਹੈ, ਆਪਟਿਕਸ ਇਹਨੂੰ ਅਸੀਂ ਦੋ ਪਾਰਟਸ ਡਿਵਾਈਡ ਕਰਦੇ ਹਾਂ। ਇੱਕ ਹੁੰਦੀ ਹੈ ਰੇ ਆਪਟਿਕਸ, ਇੱਕ ਹੁੰਦੀ ਹੈ ਵੇਵ ਆਪਟਿਕਸ। ਜਿਹੜੀ ਰੇ ਆਪਟਿਕਸ ਹੈ, ਰੇ ਆਪਟਿਕਸ ਪਾਰਟੀਕਲ ਨੇਚਰ ਨੂੰ ਕੰਸੀਡਰ ਕਰਦੇ ਹਾਂ ਆਪਾਂ, ਪਾਰਟੀਕਲ ਨੇਚਰ ਆਫ ਲਾਈਟ। ਤੇ ਵੇਵ ਆਪਟਿਕਸ ਹੈ ਜਿਹੜੀ, ਉਹਦੇ ਵਿੱਚ ਨਾਮ ਤੇ ਕਲੀਅਰ ਹੈ ਸੀ ਕੀ ਹੈ, ਵੇਵ ਨੇਚਰ ਕੀ ਲੈ ਕੇ ਚੱਲਦੇ ਆ ਲਾਈਟ, ਵੇਵ ਨੇਚਰ ਆਫ ਲਾਈਟ। ਤਾਂ ਇਹ 16 ਨੰਬਰ ਦਾ ਚੈਪਟਰ ਹੈ ਜਿਹੜਾ, ਇਹ 8 ਮਾਰਕਸ ਦੇ ਵਿੱਚ, 8 ਮਾਰਕਸ ਦੇ ਵਿੱਚ ਡਿਵਾਈਡ ਕੀਤਾ ਹੋਇਆ। 8 ਮਾਰਕਸ ਦਾ ਨੀਅਰ ਅਬਾਊਟ ਰੇ ਆਪਟਿਕਸ ਆਉਂਦਾ ਸੀਗਾ, 8 ਨੰਬਰ ਦਾ ਵੇਵ ਆਪਟਿਕਸ ਆਉਂਦਾ ਸੀ। ਬਟ ਇਸ ਵਾਰ ਤੁਹਾਡਾ ਥੋੜਾ ਜਿਹਾ ਸਿਲੇਬਸ ਹੈ ਜਿਹੜਾ ਰਿਡਿਊਸ ਹੋ ਗਿਆ ਇਸ ਚੈਪਟਰ ਦੇ ਵਿੱਚੋਂ, ਤਾਂ ਹੋ ਸਕਦਾ ਇਹਦੇ ਵਿੱਚ ਕੀ ਹੈ 13 ਔਰ 14 ਮਾਰਕਸ ਦਾ ਤੁਹਾਡਾ ਕੰਮ ਰਹਿ ਗਿਆ ਹੋਵੇ। ਉਹ ਪ੍ਰੋਪਰ ਆਪਾਂ ਦੇਖ ਲਾਂਗੇ ਵੀ ਕਿੰਨੇ ਮਾਰਕਸ ਦਾ ਆਉਣਾ, ਬਟ 10+ ਪੱਕਾ ਨੇ, ਇਹ ਸ਼ੋਰ ਹੈ, ਠੀਕ ਹੈ ਜੀ, ਤੇ ਕਾਫੀ ਇੰਪੋਰਟੈਂਟ ਹੈ। ਤਾਂ ਅਸੀਂ ਸਭ ਤੋਂ ਪਹਿਲਾਂ ਰੇ ਆਪਟਿਕਸ ਸਟਾਰਟ ਕਰਾਂਗੇ। ਰੇ ਆਪਟਿਕਸ, ਰੇ ਆਪਟਿਕਸ ਮਤਲਬ ਜਿਹਦੇ ਵਿੱਚ ਲਾਈਟ ਨੂੰ ਅਸੀਂ ਐਜ਼ ਅ ਰੇ ਮੰਨਾਂਗੇ, ਲਾਈਟ ਨੂੰ ਰੇ, ਜਿਵੇਂ ਮੈਂ ਦੱਸਿਆ ਹੁਣ ਲਾਈਟ ਨੂੰ ਕੀ ਮੰਨਾਂਗੇ, ਇੱਕ ਰੇ। ਹੁਣ ਰੇ ਕੀ ਹੁੰਦੀ ਹੈ, ਠੀਕ ਹੈ। ਇੱਕ ਪਹਿਲਾਂ ਮੈਂ ਤੁਹਾਨੂੰ ਆਪਟਿਕਸ ਦੀ ਡੈਫੀਨੇਸ਼ਨ ਲਗਾਦਾ। ਆਪਟਿਕਸ ਦੀ ਡੈਫੀਨੇਸ਼ਨ ਅਸੀਂ ਕੀ ਲਿਖ ਸਕਦੇ ਹਾਂ, it is a branch, it is that branch of physics which deals with the study of, which deals with the study of natural phenomena of light, ठीक है जी। जिवें एग्जाम्पल, जिवें रिफ्लैक्शन पढ़ांगे असीं, जो ऑलरेडी पढ़ी भी हुई है, तुसीं बहुत सौखा चैप्टर है ये। रिफ्रैक्शन भी तुसीं पढ़ी हुई है, वही दोबारा फिर पढ़ांगे, ठीक है। इस तो बाद एक डाइफ्रैक्शन आऊगा वेव ऑप्टिक्स दे विच, नवां टॉपिक आऊगा, ठीक है। एक फिर असीं इंटरफेरेंस पढ़ांगे, ये थोड़ी जी असीं +1 च पढ़ी है इंटरफेरेंस। फिर एक पोलराइजेशन पढ़ांगे। इन्हां सारिआं नूं डील करन वाली जिहड़ी हैगी है फिजिक्स दी ब्रांच, वो की है, वो ऑप्टिक्स है। सब तो पहला असीं गल करदे रे ऑफ लाइट की हुंदी है। रे ऑफ लाइट, ਤਾਂ ਲਾਈਟ ਬੱਚੇ ਆਪਾਂ ਨੂੰ ਪਤਾ ਸਟ੍ਰੇਟ ਲਾਈਨ ਟਰੈਵਲ ਕਰਦੀ ਹੈ, ਤੇ ਇਸ ਸਟ੍ਰੇਟ ਲਾਈਨ ਦੇ ਵਿੱਚ ਜਿਹੜੀ ਲਾਈਟ ਟਰੈਵਲ ਕਰਦੀ ਹੈ ਇਹਨੂੰ ਅਸੀਂ ਬੋਲਦੇ ਹਾਂ ਰੇ ਆਫ ਲਾਈਟ। ਜਦੋਂ ਇਹੋ ਜਿਹੇ ਬੱਚੇ 2 ਜਾਂ 2 ਤੋਂ ਵੱਧ ਰੇ ਆਫ ਲਾਈਟਸ ਟਰੈਵਲ ਕਰਦੀਆਂ ਨੇ, 2 ਜਾਂ 2 ਤੋਂ ਵੱਧ ਰੇ ਆਫ ਲਾਈਟਸ ਹੁੰਦੀਆਂ ਨੇ, ਤੇ ਆਪਾਂ ਕਹਿ ਸਕਦੇ ਜਦੋਂ ਗਰੁੱਪ ਆਫ ਰੇ ਆਫ ਲਾਈਟ ਹੁੰਦਾ ਹੈ, ਤੇ ਇਸ ਨੂੰ ਬੋਲਦੇ ਬੱਚੇ ਬੀਮ ਆਫ ਲਾਈਟ। ਲੈਂਗੁਏਜ ਨੂੰ ਧਿਆਨ ਨਾਲ ਸਮਝਣਾ, ਬੀਮ ਆਫ ਲਾਈਟ, ठीक है जी। अगर यह बीम ऑफ लाइट किसी एक पॉइंट ते मीट कर रहा हो, मतलब किसी सोर्स तो लाइट आ रही है, ठीक है जी, वो एक जगह ते जाके मिल रही है, तो इस तरीके के बीम को असीं बोलते हैं कन्वर्जिंग बीम, कन्वर्जिंग बीम, ठीक है जी।
अगर किसी सोर्स तो जिहड़ी रे ऑफ लाइट है वो डिफरेंट डायरैक्शनस दे विच फैल रही है, जिवें हुण तुहाडे रूम दे विच एक लाइट लगी होगी है ना, वो लाइट तुसीं देखो हर एक डायरैक्शन दे विच की है पहुंच रही है, ਤਾਂ ਉਹ ਮਤਲਬ ਕੀ ਹੈ ਲਾਈਟ ਖਿੰਡ ਰਹੀ ਹੈ ਹਨਾ। ਇੱਥੇ ਮੰਨ ਲਓ ਸੋਰਸ ਹੈ ਤਾਂ ਇਹੋ ਜਿਹੇ ਨੂੰ ਅਸੀਂ ਕੀ ਬੋਲਦੇ ਹਾਂ, ਇਹਨੂੰ ਬੋਲਦੇ ਅਸੀਂ ਡਾਈਵਰਜਿੰਗ ਬੀਮ, ਡਾਈਵਰਜਿੰਗ ਬੀਮ। ਠੀਕ ਹੈ ਜੀ। ਹੁਣ ਗੱਲ ਹੁੰਦੀ ਹੈ ਸੋਰਸ ਦੀ, ਵੀ ਸੋਰਸ ਕੀ ਹੁੰਦਾ ਹੈ, ਸੋਰਸ ਆਫ ਲਾਈਟ। ਤਾਂ ਬੜਾ ਹੀ ਸਿੰਪਲ ਹੈ ਜੀ, ਜਿੱਥੋਂ ਸਾਨੂੰ ਲਾਈਟ ਮਿਲਦੀ ਹੈ ਉਹਨੂੰ ਅਸੀਂ ਸੋਰਸ ਆਫ ਲਾਈਟ ਬੋਲਾਂਗੇ। ਤਾਂ ਕੀ ਲਿਖਾਂਗੇ, ਐਨ ਆਬਜੈਕਟ ਔਰ ਅ ਬੋਡੀ, ਐਨ ਆਬਜੈਕਟ ਔਰ ਕਹਿ ਸਕਦੇ ਹੋ ਅ ਬੋਡੀ from which we get light is called source of light। बिल्कुल छोटे बच्चों वाला काम है सारा, is called source of light। ਹੁਣ ਜਿਹੜੀ source ਨੇ ਬੱਚੇ, source of light ਨੇ ਉਹ ਦੋ ਤਰ੍ਹਾਂ ਦੇ ਹੁੰਦੇ, ਦੱਸ ਸਕਦੇ ਹੋ ਕਿਹੜੇ ਕਿਹੜੇ? ਦੋ ਤਰ੍ਹਾਂ ਦੇ sources ਹੁੰਦੇ ਨੇ ਲਾਈਟ ਦੇ। ਇੱਕ ਤਾਂ ਉਹ ਹੁੰਦੇ ਨੇ ਬੱਚੇ ਜਿਨ੍ਹਾਂ ਦੀ ਆਪਣੀ ਲਾਈਟ ਹੋਵੇ, ਜਿਹਨੂੰ ਅਸੀਂ ਬੋਲਦੇ ਹਾਂ luminous sources of light। ਜਿਵੇਂ एग्जांपल तौर ਤੇ ਆਪਾਂ ਕਹੀਏ ਸਨ ਦੀ ਆਪਣੀ ਲਾਈਟ ਹੈ, ਸਟਾਰਸ ਦੀ ਆਪਣੀ ਲਾਈਟ ਹੈ। ਬੇਸਿਕਲੀ ਸਨ ਇਜ਼ ਅ ਸਟਾਰ। ਕੋਈ ਕੈਂਡਲ ਚਲਾ ਰਹੇ ਹੋ, ਕੈਂਡਲ ਦੀ ਆਪਣੀ ਲਾਈਟ ਹੈ। ਕੋਈ ਬੱਲਬ ਚਲਾ ਰਹੇ ਹੋ, ਉਹਦੀ ਆਪਣੀ ਲਾਈਟ ਹੈ, ਐਟਸੈਟਰਾ। ਇੱਕ ਹੁੰਦੇ ਨੇ ਨॉन ल्यूमिनस sources of light। ਇਹ ਬੱਚੇ ਉਹ ਹੁੰਦੇ ਨੇ ਜਿਨ੍ਹਾਂ ਦੀ ਆਪਣੀ ਲਾਈਟ ਨਹੀਂ ਹੁੰਦੀ। एग्जांपल ਜਿਵੇਂ ਮੂਨ ਦੀ ਸਾਰਿਆਂ ਨੂੰ ਪਤਾ ਆਪਣੀ ਲਾਈਟ ਨਹੀਂ ਹੁੰਦੀ, ਕਿਤੋਂ ਲੈਂਦਾ, ਸਨ ਤੋਂ ਲੈਂਦਾ। ਠੀਕ ਹੈ। ਹੁਣ ਤੁਹਾਡੇ ਰੂਮ ਦੇ ਵਿੱਚ ਮੰਨ ਲਓ ਕੋਈ ਚੇਅਰ ਪਈ ਹੈ, ਚੇਅਰ ਦੀ ਕੋਈ ਆਪਣੀ ਲਾਈਟ ਤਾਂ ਹੈ ਨਹੀਂ ਨਾ, ਬਟ ਫਿਰ ਵੀ ਦਿਖ ਰਹੀ ਹੈ। ਕਿਹਦੇ ਕਰਕੇ ਦਿਖ ਰਹੀ ਹੈ? ਉਹ ਜਿਹੜੇ ਤੁਹਾਡੇ ਰੂਮ ਦੇ ਵਿੱਚ ਟਿਊਬ ਲਾਈਟਸ ਲੱਗੀਆਂ ਹੋਈਆਂ ਨੇ, ਉਹ ਲਾਈਟ ਲੈ ਕੇ ਉਦੋਂ ਬਾਅਦ ਰਿਫਲੈਕਟ ਹੋ ਕੇ ਸਾਡੀਆਂ ਅੱਖਾਂ 'ਚ ਜਾ ਰਹੀ ਹੈ, ਤਾਂ ਸਾਨੂੰ ਚੇਅਰ ਦਿਖਦੀ ਹੈ। ਅੱਛਾ, ਕੋਈ ਟੇਬਲ ਹੋ ਗਿਆ, ਟੇਬਲ ਦੀ ਆਪਣੀ ਲਾਈਟ ਤਾਂ ਕੋਈ ਹੁੰਦੀ ਹੀ ਨਹੀਂ। ਠੀਕ ਹੈ। ਉਹ ਕਿਸੇ ਦੂਸਰੇ ਸੋਰਸਿਸ ਤੋਂ ਲਾਈਟ ਲੈ ਕੇ ਆਪਾਂ ਨੂੰ ਵਿਜ਼ੀਬਲ ਨੇ। ਤਾਂ ਇਹੋ ਜਿਹੀਆਂ ਜਿਹੜੇ ਸੋਰਸਿਸ ਨੇ ਲਾਈਟ ਦੇ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਨॉन ल्यूमिनस सोर्सेस ऑफ लाइट। ਅੱਛਾ ਜੀ, ਇਹ ਸੋਰਸਿਸ ਆਫ ਲਾਈਟ ਬਾਰੇ ਗੱਲ ਹੋ ਗਈ ਜੀ। ਤੇ ਫਿਰ ਬੱਚੇ ਇਹਦੇ ਵਿੱਚ ਆਉਂਦਾ ਰਿਫਲੈਕਟਿੰਗ ਸਰਫੇਸਿਸ। ਰਿਫਲੈਕਟਿੰਗ ਸਰਫੇਸਿਸ, ਰਿਫਲੈਕਟਿੰਗ ਸਰਫੇਸਿਸ ਤੋਂ ਨਾਮ ਤੋਂ ਹੀ ਕਲੀਅਰ ਹੈ ਕਿ ਇੱਕ ਅਜਿਹਾ ਸਰਫੇਸ ਜਿੱਥੋਂ ਲਾਈਟ ਰਿਫਲੈਕਟ ਹੁੰਦੀ ਹੈ। ਰਿਫਲੈਕਟ ਦਾ ਮਤਲਬ ਹੁੰਦਾ ਵਾਪਸ ਮੁੜ ਜਾਣਾ। ਤਾਂ ਕੀ ਲਿਖਾਂਗੇ, ਇਟ ਇਜ਼ ਅ ਟਾਈਪ ਆਫ ਸਰਫੇਸ from which light reflected back when incident on it। ठीक है जी। एग्जांपल्स की आ जाते हैं, एग्जांपल आ जाते हैं मिरर्स। ਹੁਣ ਦੇਖੋ ਮਿਰਰ ਦੇ ਸਾਹਮਣੇ, ਮਿਰਰ ਤਾਂ ਪਤਾ ਨਾ ਸ਼ੀਸ਼ਾ ਜਿਹਨੂੰ ਅਸੀਂ ਬੋਲਦੇ ਹਾਂ, ਜਿਹਦੇ ਅੱਗੇ ਖੜ ਕੇ ਅਸੀਂ ਤਿਆਰ ਹੁੰਦੇ ਹਾਂ, ਉਹਨੂੰ ਮਿਰਰ ਬੋਲਦੇ ਆ। ਠੀਕ ਹੈ। ਉਹ ਪਲੇਨ ਮਿਰਰ ਹੁੰਦਾ, ਅੱਗੇ ਜਾ ਕੇ ਗੱਲ ਕਰਾਂਗੇ। ਤਾਂ ਇਹ ਸਰਫੇਸ ਇਹੋ ਜਿਹੇ ਨੇ ਜਿਨ੍ਹਾਂ ਤੇ ਜਦੋਂ ਸਾਡੇ ਕਮਰੇ ਦੇ ਵਿੱਚ ਜਿਹੜੀ ਟਿਊਬ ਲਾਈਟ ਲੱਗੀ ਹੋਈ, ਉਹਦੀ ਜਦੋਂ ਲਾਈਟ ਪੈਂਦੀ ਹੈ, ਉਹ ਲਾਈਟ ਰਿਫਲੈਕਟ ਹੋ ਕੇ ਸਾਡੀਆਂ ਆਈਜ਼ ਦੇ ਵਿੱਚ ਜਾਂਦੀ ਹੈ, ਫਿਰ ਸਾਨੂੰ ਆਪਣੀ ਇਮੇਜ ਦਿਖਦੀ ਹੈ। ਠੀਕ ਹੈ। ਜਿਵੇਂ ਮਤਲਬ ਤੁਸੀਂ ਕਹਿ ਸਕਦੇ ਹੋ, ਜਿਵੇਂ ਬਰਤਨ ਹੁੰਦੇ ਨੇ, ਸਟੀਲ ਦੇ ਬਰਤਨ ਹੁੰਦੇ ਨੇ, ਜਦੋਂ ਤੇ ਲਾਈਟ ਪੈਂਦੀ ਹੈ, ਆਪਾਂ ਲਿਸ਼ਕੋਰ ਪੈਂਦੀ ਹੈ ਨਾ, ਆਪਾਂ ਕਹਿੰਦੇ ਵੀ ਲਿਸ਼ਕੋਰ ਪੈ ਰਹੀ ਹੈ। ਉਹ ਲਿਸ਼ਕੋਰ ਪੈਣ ਦਾ ਮਤਲਬ ਕੀ ਹੈ ਕਿ ਲਾਈਟ ਰਿਫਲੈਕਟ ਹੋ ਕੇ ਦੁਬਾਰਾ ਤੁਹਾਡੀਆਂ ਆਈਜ਼ ਦੇ ਵਿੱਚ ਆ ਰਹੀ ਹੈ। ਠੀਕ ਹੈ ਜੀ। ਤੇ ਇਹੋ ਜਿਹੇ ਸਰਫੇਸਿਸ ਜਿਨ੍ਹਾਂ ਦੇ ਵਿੱਚ ਲਾਈਟ ਆਰ ਪਾਰ ਦੀ ਨਹੀਂ ਜਾ ਸਕਦੀ, ਵਾਪਸ ਮੁੜ ਆਉਂਦੀ ਹੈ, ਉਹ ਜਿਹੇ ਸਰਫੇਸਿਸ ਨੂੰ ਅਸੀਂ ਕੀ ਬੋਲਦੇ ਹਾਂ, ਰਿਫਲੈਕਟਿੰਗ ਸਰਫੇਸ। ਅਗਰ ਮੰਨ ਲਓ ਤੁਹਾਡੇ ਘਰੇ ਕੋਈ ਗਲਾਸ ਲੱਗਿਆ ਹੋਇਆ ਜਿਹਦੇ ਤੁਸੀਂ ਆਰ ਪਾਰ ਦੇਖ ਸਕਦੇ ਹੋ, ਇਹਦਾ ਮਤਲਬ ਉਹ ਰਿਫਲੈਕਟਿੰਗ ਸਰਫੇਸ ਨਹੀਂ ਹੈਗਾ, ਕੰਪਲੀਟਲੀ ਰਿਫਲੈਕਟਿੰਗ ਨਹੀਂ ਹੈਗਾ, ਥੋੜਾ ਬਹੁਤ ਰਿਫਲੈਕਸ਼ਨ ਹੋ ਜਾਂਦੀ ਹੈ। ਉਹ ਡਿਪੈਂਡ ਕਰਦਾ ਹੈ ਸਰਫੇਸ ਦਾ ਨੇਚਰ ਕਿਹੋ ਜਿਹਾ। ਠੀਕ ਹੈ ਜੀ, ਸਮਝ ਆ ਰਹੀ ਹੈ ਜੀ ਗੱਲ? ਯੈਸ ਔਰ ਨੋ? यस सर। ਠੀਕ ਹੈ ਜੀ। ਤਾਂ ਜਿਹੜੇ ਬੱਚੇ ਮਿਰਰਸ ਨੇ ਨਾ, ਇਹ ਮਿਰਰਸ ਵੀ ਦੋ ਤਰ੍ਹਾਂ ਦੇ ਹੁੰਦੇ ਆ।
ਇੱਕ ਤਾਂ ਹੁੰਦੇ ਨੇ ਪਲੇਨ ਮਿਰਰ, ਤੇ ਇੱਕ ਹੁੰਦੇ ਨੇ ਸਫੈਰੀਕਲ ਮਿਰਰ। ਸਫੈਰੀਕਲ ਮਿਰਰ, ਪਲੇਨ ਮਿਰਰ ਵਿੱਚ ਉਹ ਮਿਰਰ ਹੁੰਦੇ ਨੇ ਜਿਨ੍ਹਾਂ ਦਾ ਰੇਡੀਅਸ ਆਫ ਕਰਵੇਚਰ ਇਨਫਿਨਿਟੀ ਹੋਵੇ। ਇਨਫਾਈਨਾਈਟ ਮਤਲਬ ਬਹੁਤ ਜ਼ਿਆਦਾ ਵੱਡਾ ਰੇਡੀਅਸ, ਇੰਨਾ ਜ਼ਿਆਦਾ ਵੱਡਾ ਜਿਹੜਾ ਸਾਨੂੰ ਪਤਾ ਹੀ ਨਹੀਂ। ਤਾਂ ਤਕਰੀਬਨ ਉਹ ਕੀ ਹੁੰਦਾ ਹੈ, ਇਹੋ ਜਿਹਾ ਸਰਫੇਸ ਜਿਹਦਾ ਰੇਡੀਅਸ ਆਫ ਕਰਵੇਚਰ ਕੀ ਹੈ ਬਹੁਤ ਜ਼ਿਆਦਾ ਹੋਵੇ, ਉਹ ਸਟ੍ਰੇਟ ਲਾਈਨ ਹੁੰਦੀ ਹੈ। ਕਿਉਂਕਿ ਸਟ੍ਰੇਟ ਲਾਈਨ ਹੀ ਇੱਕ ਇਹੋ ਜਿਹਾ ਸਾਡੇ ਕੋਲੇ ਆਪਾਂ ਕਹਿ ਸਕਦੇ ਹਾਂ ਸਰਫੇਸ ਹੈ ਜਿਹਦਾ ਰੇਡੀਅਸ ਕੀ ਹੈ ਇਨਫਿਨਿਟੀ ਹੁੰਦਾ ਹੈ। ਠੀਕ ਹੈ ਜੀ। ਤਾਂ ਪਲੇਨ ਮਿਰਰ ਇਹੋ ਜਿਹਾ ਹੁੰਦਾ ਮਤਲਬ ਜਿਹਦੇ ਮੂਹਰੇ ਤੁਸੀਂ ਖੜ ਕੇ ਰੋਜ਼ ਤਿਆਰ ਹੁੰਦੇ ਹੋ ਨਾ, ਉਹ ਆਹ ਵਾਲਾ ਮਿਰਰ ਹੈ ਜਿਹਦੇ ਵੱਲ ਤਾਂ ਤੁਸੀਂ ਦੇਖਦੇ ਹੋ, ਉਹ ਤਾਂ ਆਹ ਵਾਲਾ ਸਰਫੇਸ ਹੈ। ਇਹਨੂੰ ਬੋਲਦੇ ਰਿਫਲੈਕਟਿੰਗ, ਇਹਦੇ ਅੱਗੇ ਖੜਦੇ ਹੋ ਅਸੀਂ, ਰਿਫਲੈਕਟਿੰਗ ਸਰਫੇਸ। ਤੇ ਇਹਦੇ ਬੈਕ ਸਾਈਡ ਪਾਲਿਸ਼ ਕੀਤੀ ਹੁੰਦੀ ਹੈ, ਇਹਨੂੰ ਅਸੀਂ ਬੋਲਦੇ ਹਾਂ ਪੋਲਿਸ਼ਡ ਸਰਫੇਸ। ਬੈਕ ਸਾਈਡ ਹੁੰਦੀ ਹੈ ਮਤਲਬ ਇਹ ਬੈਕ ਸਾਈਡ ਹੈ ਇਸ ਮਿਰਰ। ਠੀਕ ਹੈ ਜੀ। ਤੇ ਇਹਦਾ ਜਿਹੜੀ ਫੋਕਲ ਲੈਂਥ ਹੈ ਉਹ ਵੀ ਇਨਫਾਈਨਾਈਟ ਹੁੰਦੀ ਹੈ। ਫੋਕਲ ਲੈਂਥ ਹੁੰਦੀ ਕਿ ਇਹਦੇ ਬਾਰੇ ਗੱਲ ਕਰਾਂਗੇ, ਇੱਕ ਵਾਰੀ ਐਜ਼ ਇਟ ਇਜ਼ ਯਾਦ ਕਰ ਲਓ। ਇੱਕ ਫਾਰਮੂਲਾ ਪੜਾਂਗੇ ਵੀ ਫੋਕਲ ਲੈਂਥ ਹਮੇਸ਼ਾ ਰੇਡੀਅਸ ਦੇ ਹਾਫ ਦੇ ਬਰਾਬਰ ਹੁੰਦੀ ਹੈ। ਅਗਰ ਰੇਡੀਅਸ ਆਫ ਕਰਵੇਚਰ ਇਨਫਿਨਿਟੀ ਹੈ ਤਾਂ ਫੋਕਲ ਲੈਂਥ ਵੀ ਕੀ ਹੈ, ਇਨਫਿਨਿਟੀ। ਜਿਹੜੇ ਸਫੈਰੀਕਲ ਮਿਰਰ ਨੇ ਬੱਚੇ, ਇਹ ਕੀ ਹੈ, ਇਹ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦਾ ਕਨਕੇਵ ਮਿਰਰ ਤੇ ਇੱਕ ਹੁੰਦਾ ਕਨਵੈਕਸ ਮਿਰਰ। ਕਨਕੇਵ ਮਿਰਰ ਦਾ ਦੂਸਰਾ ਨਾਮ ਹੈਗਾ ਕਨਵਰਜਿੰਗ ਮਿਰਰ। ਕਨਵਰਜਿੰਗ ਮਤਲਬ ਕਨਵਰਜਿੰਗ, ਦੇਖੋ ਕਨਵਰਜਿੰਗ ਬੀਮ ਦੱਸਿਆ ਸੀ ਨਾ, ਮਤਲਬ ਇੱਕ ਅਜਿਹਾ ਮਿਰਰ ਹੈ ਜਿਹੜੀ ਜਿੰਨੀਆਂ ਵੀ ਨੰਬਰ ਆਫ ਰੇਜ਼ ਇਹਦੇ ਤੇ ਫਾਲ ਕਰਨਗੀਆਂ ਉਹਨੂੰ ਕਿਸੇ ਇੱਕ ਪੁਆਇੰਟ ਤੇ ਹੀ ਕਨਵਰਜ ਕਰਵਾ ਦੂਗਾ। ਤੇ ਇਹਨੂੰ ਬੋਲਦੇ ਆ ਡਾਈਵਰਜਿੰਗ ਮਿਰਰ, ਮਤਲਬ ਇਹ ਖੰਡਿਆ ਦਿੰਦਾ ਹੈ ਲਾਈਟ ਨੂੰ। ਠੀਕ ਹੈ ਜੀ, ਇਹ ਦੋਨੋਂ ਇਹਨਾਂ ਦੇ ਨਾਮ ਨੇ। ਇਹਦਾ ਵੀ ਰੇਡੀਅਸ ਆਫ ਕਰਵੇਚਰ ਇਨਫਿਨਿਟੀ ਨਹੀਂ ਹੁੰਦਾ, ਮਤਲਬ ਕੁਛ ਨਾ ਕੁਛ ਹੋਊਗਾ। ਇਹਦਾ ਵੀ ਰੇਡੀਅਸ ਆਫ ਕਰਵੇਚਰ ਇਨਫਿਨਿਟੀ ਨਹੀਂ ਹੁੰਦਾ। ਇਹਦਾ ਮਤਲਬ ਇਹਨਾਂ ਦੋਨੋਂ ਦੀ ਫੋਕਲ ਲੈਂਥ ਵੀ ਇਨਫਾਈਨਾਈਟ ਨਹੀਂ। ਤਾਂ ਪਲੇਨ ਮਿਰਰ ਦੀ ਅਗਰ ਤੁਹਾਨੂੰ ਡੈਫੀਨੇਸ਼ਨ ਲਿਖਣੀ ਪੈ ਜਾਏ ਤਾਂ ਤੁਸੀਂ ਕੀ ਲਿਖੋਗੇ, ਇਟ ਇਜ਼ ਅ ਟਾਈਪ ਆਫ ਮਿਰਰ whose radius of curvature is infinite. Its one surface is polished and other is reflecting. ਜੇ ਪੁੱਛਿਆ ਜਾਵੇ ਬੈਸਟ ਰਿਫਲੈਕਟਰ ਕੌਣ ਹੈ, ਤੇ ਕਿਹੜਾ ਇਹੋ ਜਿਹਾ ਸਰਫੇਸ, ਇਹੋ ਜਿਹਾ ਮਟੀਰੀਅਲ ਹੈ ਜਿਹੜਾ ਬੈਸਟ ਰਿਫਲੈਕਟਰ ਯੂਜ਼ ਹੁੰਦਾ ਹੈ, ਤਾਂ ਆਨਸਰ ਹੈ ਸਿਲਵਰ। ਜਿੰਨਾ ਵਧੀਆ ਕੁਆਲਿਟੀ ਦਾ ਸਿਲਵਰ ਸ਼ੀਸ਼ੇ ਦੇ ਵਿੱਚ ਲੱਗਿਆ ਹੋਊਗਾ, ਉਹਨਾਂ ਸ਼ੀਸ਼ੇ ਦੇ ਵਿੱਚ ਫੋਟੋ ਜ਼ਿਆਦਾ ਵਧੀਆ ਆਊਗੀ ਤੇ ਉਹਨਾਂ ਹੀ ਜਿਹੜਾ ਮਿਰਰ ਆ ਉਹ ਮਹਿੰਗਾ ਹੋਊਗਾ। ਤੁਸੀਂ ਦੇਖੋ ਇੱਕ ਤਾਂ ਮੇਲਿਆਂ ਦੇ ਵਿੱਚ ਵੀ ਮਿਰਰ ਮਿਲ ਜਾਂਦੇ ਨੇ ਹਨਾ, ਸਸਤੇ ਜੇ 50 ਰੁਪਏ ਦੇ ਵਿੱਚ, ਤੇ ਉਹੋ ਜਿਹੇ ਮਿਰਰ ਤੁਸੀਂ ਕੀ ਜੇ ਵਧੀਆ ਕੁਆਲਿਟੀ ਦੇ ਵਿੱਚ ਸ਼ਾਪ ਦੇ ਵਿੱਚ ਦੇਖੋ, ਇਹ ਨਹੀਂ ਪਤਾ ਤੁਹਾਨੂੰ 500 ਦਾ ਮਿਲੇ। ਕਿਉਂ? ਕਿਉਂਕਿ ਉਹਦੇ ਵਿੱਚ ਸਿਲਵਰ ਕੀ ਯੂਜ਼ ਹੁੰਦਾ ਹੈ, ਤੇ ਸਿਲਵਰ ਕੀ ਹੈ ਬਹੁਤ ਕੋਸਟਲੀ ਹੁੰਦਾ ਹੈ। ਜਿਹੜੇ ਸਾਨੂੰ ਕੀ ਹੈ ਮੇਲਿਆਂ ਚੋਂ ਸਸਤੇ ਮਿਲਦੇ ਆ ਹਨਾ, ਉਹਨਾਂ ਦੇ ਵਿੱਚ ਸਿਲਵਰ ਬਸ ਦਿਖਾਵੇ ਵਾਸਤੇ ਯੂਜ਼ ਕਰਦੇ ਆ, ਉਹਦੇ ਵਿੱਚ ਬਹੁਤ ਸਾਰੀ ਇੰਪਿਉਰਿਟੀ ਹੁੰਦੀ ਹੈ ਜਿਹਦੇ ਕਰਕੇ ਸਾਡੀ ਫੋਟੋ ਵੀ ਕੀ ਹੈ ਇੰਨੀ ਸਾਫ਼ ਨਹੀਂ ਆਉਂਦੀ। ਹੁਣ ਕਨਕੇਵ ਮਿਰਰ ਨੂੰ ਕਿਵੇਂ ਡਿਫਾਈਨ ਕਰਾਂਗੇ? ਕਨਕੇਵ ਮਿਰਰ, ਜਿਹੜਾ ਕਨਕੇਵ ਮਿਰਰ ਹੈ ਬੱਚੇ ਮੈਂ ਤੁਹਾਨੂੰ ਦੱਸਿਆ ਵੀ ਇਹ ਕੀ ਹੈ, ਇਹ ਪਾਰਟ ਹੈ ਇੱਕ ਸਫੈਰੀਕਲ ਮਿਰਰ ਦਾ। ਇਹਨੂੰ ਕਿਵੇਂ ਡਿਫਾਈਨ ਕਰਾਂਗੇ? ਇਟ ਇਜ਼ ਅ ਪਾਰਟ ਆਫ hollow spherical surface whose one surface, whose inner side लिख लो, whose inner side is reflecting and outer side is polished। ਜਿਨ੍ਹਾਂ ਦੇਖੋ 10th ਕਲਾਸ ਦੇ ਵਿੱਚ ਪੜਿਆ ਹੋਊਗਾ ਉਹਨਾਂ ਨੂੰ ਗੱਲਾਂ ਯਾਦ ਆ ਰਹੀਆਂ ਹੋਣੀਆਂ ਵੀ ਹਾਂ ਠੀਕ ਹੈ ਇਹ ਚੀਜ਼ ਪੜ੍ਹੀ ਹੋਈ ਹੈ। ਮਤਲਬ ਕੀ ਹੈ ਬੱਚੇ, ਹੌਲੋ ਕਿਉਂ ਲਿਖਿਆ? ਦੇਖੋ ਮੰਨ ਲਓ ਸਾਡੇ ਕੋਲ ਇੱਕ ਸਫੀਅਰ ਹੈ, ਸਫੀਅਰ ਤਾਂ ਸਮਝਦੇ ਹੋ ਨਾ, ਜਿਵੇਂ ਗੇਂਦ ਹੁੰਦੀ ਹੈ ਇੱਕ ਫੁੱਟਬਾਲ, ਠੀਕ ਹੈ, ਅੰਦਰੋਂ ਖਾਲੀ ਹੈ ਇਹ, ਤਾਂ ਅਸੀਂ ਕਰਦੇ ਨਾ ਇਹਦੇ ਵਿੱਚੋਂ ਇੱਕ ਪਾਰਟ ਕੱਟ ਲੈਣਾ ਏਦਾਂ, ਇਹਨੂੰ ਹਾਫ ਪਾਰਟ ਕੱਟ, ਇੱਥੇ ਜੇ ਕਿਤੇ ਇਹਦਾ ਸੈਂਟਰ ਵੀ ਹੋਊਗਾ ਲਿਖ ਲਓ ਸੀ, ਆਪਾਂ ਨੂੰ ਪਤਾ ਕੀ ਇਹਦਾ ਕੀ ਹੋਊਗਾ, ਰੇਡੀਅਸ ਹੋਊਗਾ। ਤਾਂ ਜਿਹੜਾ ਆਹ ਵਾਲਾ ਪਾਰਟ ਹੈ ਨਾ, ਦਿਸ ਵਨ ਜਿਹੜਾ ਤੁਹਾਨੂੰ ਰਾਈਟ ਹੈਂਡ ਸਾਈਡ ਦਿਖ ਰਿਹਾ, ਇਹਨੂੰ ਮੈਂ ਇੱਧਰ ਬਣਾ ਦਿੰਦਾ, ਆਹ ਵਾਲਾ ਪਾਰਟ। ਇੱਥੇ ਜੇ ਕਿਤੇ ਕੀ ਹੈ ਮੰਨ ਲਓ ਸੈਂਟਰ ਮੈਂ ਦਿਖਾ ਦਿੰਦਾ, ਆਹ ਰੇਡੀਅਸ ਸੀ ਆਰ, ਤਾਂ ਇਹਦੀ ਕੀ ਹੈ ਬਾਹਰਲੀ ਸਾਈਡ ਨੂੰ ਅਸੀਂ ਜਦੋਂ ਪਾਲਿਸ਼ ਕਰ ਦਿੰਦੇ ਹਾਂ, ਏਦਾਂ ਪਾਲਿਸ਼ ਕਰ ਦੋ। ਬੱਚੇ ਨਾ ਪਾਲਿਸ਼ ਕਰਨਾ ਭੁੱਲ ਜਾਂਦੇ ਜਿਹਦੇ ਕਰਕੇ ਕਿੰਨੀ ਡਾਇਗਰਾਮ ਗਲਤ ਹੋ ਜਾਂਦੀ ਹੈ। ਬਾਹਰਲੀ ਸਰਫੇਸ ਕੀ ਕਰ ਦੋ, ਪਾਲਿਸ਼ ਕਰ ਦੋ,
ਤੇ ਅੰਦਰ ਵਾਲੀ ਕੀ ਬਣਾ ਦਿਓ ਰਿਫਲੈਕਟਿੰਗ ਸਿਲਵਰ ਦੇ ਨਾਲ। ਸੈਂਟਰ ਨੂੰ ਸੀ ਨਾਲ। ਤਾਂ ਇਹੋ ਜਿਹੇ ਮਿਰਰ ਨੂੰ ਅਸੀਂ ਕੀ ਬੋਲਦੇ ਹਾਂ ਕਨਕੇਵ ਮਿਰਰ। ਤੇ ਇਹਦਾ ਜਿਹੜਾ ਆਹ ਵਾਲਾ ਪੁਆਇੰਟ ਹੁੰਦਾ ਮਿਡ ਪੁਆਇੰਟ, ਇਹਨੂੰ ਅਸੀਂ ਬੋਲਦੇ ਹਾਂ ਪੋਲ। ਤੇ ਜਿਹੜੀ ਇਹ ਸੈਂਟਰ ਤੋਂ ਵਿੱਚ ਜਿਹੜੀ ਸੈਂਟਰ ਤੇ ਪੋਲ 'ਚ ਜਿਹੜੀ ਐਕਸਿਸ ਪਾਸ ਹੋ ਰਹੀ ਹੈ ਇਹਨੂੰ ਅਸੀਂ ਕੀ ਬੋਲਦੇ ਹਾਂ ਪ੍ਰਿੰਸੀਪਲ ਐਕਸਿਸ। PAL ਵਾਲੀ ਆਊਗੀ ਪ੍ਰਿੰਸੀਪਲ ਐਕਸਿਸ। ਸਿਮਿਲਰਲੀ ਅਸੀਂ ਆ ਦੂਸਰਾ ਜੇ ਪਾਰਟ ਚੱਕੀਏ, ਦੂਸਰੇ ਪਾਰਟ ਦੇ ਵਿੱਚੋਂ ਅਸੀਂ ਕੀ ਕਰੀਏ ਅੰਦਰ ਵਾਲੇ ਸਰਫੇਸ ਨੂੰ ਕੀ ਕਰ ਦਈਏ ਪੋਲਿਸ਼ ਕਰ ਦਈਏ, ਤਾਂ ਉਹ ਬਣ ਜਾਂਦਾ ਕਨਵੈਕਸ। ਸੈਕਿੰਡ ਹੁੰਦਾ ਜੀ ਕਨਵੈਕਸ ਮਿਰਰ। ਇਹਦੀ ਡੈਫੀਨੇਸ਼ਨ ਕੀ ਬਣੂਗੀ ਸੇਮ ਇਹੀ ਆਹੀ ਲਿਖਾਂਗੇ। ਇਟ ਇਜ਼ ਅ ਪਾਰਟ ਆਫ ਹੋਲੋ ਸਫੀਅਰ ਸਫੈਰੀਕਲ ਸਰਫੇਸ ਹੂਜ਼। ਹੁਣ ਇਨਰ ਸਾਈਡ ਕਿਹੜੀ ਆਊਗੀ ਇੱਥੇ, ਇਨਰ ਸਾਈਡ ਆਊਗੀ ਇਹਦੀ ਪੋਲਿਸ਼, ਤੇ ਆਊਟਰ ਸਾਈਡ ਕਿਹੜੀ ਕਰ ਦਾਂਗੇ ਰਿਫਲੈਕਟਿੰਗ। ਬਸ ਮਤਲਬ ਇਹ ਤੋਂ ਆਪੋਜ਼ਿਟ ਹੁੰਦਾ ਹੈ। ਤਾਂ ਅਸੀਂ ਕੀ ਕਰਨਾ ਹੈ ਆ ਅਸੀਂ ਕੀ ਹੈ ਸਫੀਅਰ ਦਾ ਪਾਰਟ ਚੱਕਿਆ ਇੱਕ, ਠੀਕ ਹੈ ਜੀ, ਇਹਦੀ ਇਨਰ ਸਾਈਡ ਨੂੰ ਕਰ ਦਿਓ ਪੋਲਿਸ਼, ਆਊਟਰ ਸਾਈਡ ਕੀ ਰਹਿਣ ਦਿਓ ਰਿਫਲੈਕਟਿੰਗ। ਤਾਂ ਇਸ ਤਰੀਕੇ ਦੇ ਮਿਰਰ ਨੂੰ ਅਸੀਂ ਕੀ ਬੋਲਦੇ ਹਾਂ ਕਨਵੈਕਸ ਮਿਰਰ। ਇਹਦਾ ਸੈਂਟਰ ਇਸ ਸਾਈਡ ਹੋਏਗਾ, ਇਹਦਾ ਹੋਗਾ ਜੀ ਪੋਲ, ਠੀਕ ਹੈ ਜੀ, ਤੇ ਇਹ ਐਕਸਿਸ ਕਿਹੜੀ ਹੋਗੀ ਇਹਦੀ ਪ੍ਰਿੰਸੀਪਲ ਐਕਸਿਸ। क्या डिस्टेंस में तुम दसेगा आ कितना होता है रेडियस r, ठीक है जी। इज इट क्लियर टू ऑल? Yes, sir. ओके गुड। लो जी नेक्स्ट ਅਸੀਂ ਕੀ ਹੈ प्रॉपर्टीज डिस्कस करनियां ने। इथों मेन चैप्टर स्टार्ट ਹੁੰਦਾ ਹੁਣ प्रॉपर्टीज ऑफ प्लेन मिरर। प्लेन मिरर ਕਿਹੋ ਜਿਹੀਆਂ ਇਮੇजेस ਬਣਾਉਂਦਾ ਹੈ, ਉਹਦੀਆਂ ਕੀ प्रॉपर्टीज ਨੇ ਆਪਣੀਆਂ, ਉਹ ਸਾਰੀਆਂ ਆਪਾਂ डिस्कस ਕਰਨੀਆਂ ਨੇ। 10-12 प्रॉपर्टियां मैं ਤੁਹਾਨੂੰ ਦੱਸੂਗਾ, 10-12 ਦੇ ਵਿੱਚੋਂ ਇੱਕ ਦੀ प्रॉपर्टी ਈਜ਼ੀਲੀ ਪੁੱਛੀ ਜਾ ਸਕਦੀ ਹੈ। ਸਭ ਤੋਂ ਪਹਿਲੀ प्रॉपर्टी ਕੀ ਹੈ the radius of curvature। मैं ਹੁਣ ਦੱਸ ਕੇ ਆਇਆ ਸੀਗਾ radius of curvature of plane mirror कितना ਹੁੰਦਾ है इन्फिनिटी। दूसरा फिर जो रेडियस ऑफ इन्फिनिटी ਹੁੰਦਾ है तो फोकल लेंथ भी कितनी होती है, फोकल लेंथ ऑफ प्लेन मिरर इज इनफाइनाइट, वो भी इनफाइनाइट होती है। ठीक है जी, दो प्रॉपर्टीज हो गई। थर्ड अच्छा जो तुम मिरर के सामने खड़ते हो तो ਤੁਹਾਡੀ इमेज है जी वो सीधी बनती है जो पुठी बनती है? बोलो शाबाश जल्दी बोलो। ਪੁੱਠੀ ਪੁੱਠੀ ਬਣਦੀ ਹੈ। ਐ ਹੁੰਦਾ ਵੀ ਸਿਰ ਦੇ ਜਦੋਂ ਸਿਰ ਆਪਦਾ ਦੇਖਦੇ ਹੋ ਤਾਂ ਲੱਤਾਂ ਦਿਖਦੀਆਂ ਨੇ, ਐਵੇਂ ਹੁੰਦਾ ਹੈ? ਆਨਸਰ ਹੈ ਨਹੀਂ। ਹੈਡ ਦੇ ਸਾਹਮਣੇ ਸਾਨੂੰ ਹੈਡ ਦਿਖਦਾ, ਫੀਟ ਦੇ ਸਾਹਮਣੇ ਸਾਨੂੰ ਫੀਟ ਦਿਖਦਾ। ਤਾਂ ਇਸ ਚੀਜ਼ ਨੂੰ ਕੀ ਬੋਲਦੇ ਆ ਇਰੈਕਟ। ਤਾਂ ਜਿਹੜੀ ਇਮੇਜ ਬਣਦੀ ਹੈ ਬੱਚੇ, ਇਮੇਜ ਫਾਰਮਡ ਬਾਈ प्लेन मिरर। रोज तुसी ਇਹਦੇ ਸ਼ੀਸ਼ੇ ਸਾਹਮਣੇ ਖੜ ਕੇ ਤਿਆਰ ਹੁੰਦੇ ਹੋ, ਤੁਹਾਨੂੰ ਇਹ ਨਹੀਂ ਪਤਾ ਵੀ ਸਿੱਧੀ ਇਮੇਜ ਬਣਦੀ ਜਾਂ ਪੁੱਠੀ। इमेज फाउंड बाय प्लेन मिरर इज इरेक्ट। सीधी का मतलब होता है इरेक्ट, ठीक है। ते जदों भी इमेज इरेक्ट होंदी है वो वर्चुअल होंदी है। इमेज फाउंड बाय प्लेन मिरर इज वर्चुअल। वर्चुअल इमेज बच्चे वो वाली इमेज होंदी है जिन्हों असीं स्क्रीन ते नहीं बना सकते, ठीक है। वर्चुअल इमेज किहड़ी होंदी है दैट इमेज विच कैन नॉट बी ऑब्टेन्ड ऑन अ स्क्रीन। स्क्रीन मतलब समझ ना पर्दा, जिवें थिएटर च जांदे हो ਤਾਂ ਥੀਏਟਰ ਦੇ ਵਿੱਚ ਇੱਕ ਸਾਹਮਣੇ ਸਕਰੀਨ ਲੱਗੀ ਹੁੰਦੀ, ਉੱਥੇ ਫਿਲਮ ਚੱਲ ਰਹੀ ਹੁੰਦੀ ਹੈ। ਜਿਹੜੀ ਤਾਂ ਉਹ ਫਿਲਮ ਦੇਖੋ ਸਕਰੀਨ ਤੇ ਚੱਲਦੀ ਹੈ ਤਾਂ ਮਤਲਬ ਉਹ ਰੀਅਲ ਇਮੇਜ ਹੈ। ਵਰਚੁਅਲ ਇਮੇਜ ਨੂੰ ਕਦੇ ਵੀ ਸਕਰੀਨ ਤੇ ਨਹੀਂ ਬਣਾ ਸਕਦੇ, ਠੀਕ ਹੈ। ਜਿਵੇਂ ਆਪਾਂ ਕਿਸੇ ਵੀ ਆਬਜੈਕਟ ਨੂੰ ਦੇਖਦੇ ਹਾਂ, ਮੰਨ ਲਓ ਹੁਣ ਤੁਸੀਂ ਆਪਣਾ ਮੋਬਾਈਲ ਫੋਨ ਦੇ ਵਿੱਚ ਸਕਰੀਨ ਨੂੰ ਦੇਖ ਰਹੇ ਹੋ, ਤਾਂ ਉਹ ਸਕਰੀਨ ਦੀ ਇਮੇਜ ਤੁਹਾਡੇ ਕੋਲ ਜਿਹੜੀ ਰੈਂਟੀਨਾ ਹੈ, ਤੁਹਾਡੀ ਰੈਟੀਨਾ ਤੇ ਬਣਦੀ ਹੈ, ਹਨਾ। ਤਾਂ ਉਹ ਰੀਅਲ ਇਮੇਜ ਬਣਦੀ ਹੈ ਕਿਉਂਕਿ ਸਕਰੀਨ ਤੇ ਬਣਦੀ ਹੈ। ਤੇ ਜਦੋਂ ਵੀ ਰੀਅਲ ਇਮੇਜ ਬਣਦੀ ਹੈ ਉਹ ਪੁੱਠੀ ਬਣਦੀ ਹੈ। ਤਾਂ ਹੀ ਆਪਾਂ ਨੂੰ ਪੜਾਇਆ ਜਾਂਦਾ ਵੀ ਜਿਹੜੀ ਆਪਣੀ ਰੈਟੀਨਾ ਦੀ ਇਮੇਜ ਬਣਦੀ ਉਹ ਪੁੱਠੀ ਬਣਦੀ ਹੈ, ਬਟ ਦਿਮਾਗ ਉਹਨੂੰ ਆਪਣੇ ਆਪ ਆਟੋਮੈਟਿਕਲੀ ਸਿੱਧੀ ਕਰ ਲੈਂਦਾ ਹੈ, ਠੀਕ ਹੈ। ਜਿੰਨੀ ਵਾਰ ਵੀ ਵਰਚੁਅਲ ਇਮੇਜ ਬਣੂਗੀ ਉਹ ਸਿੱਧੀ ਬਣੂਗੀ, ਇਹ ਧਿਆਨ ਚ ਰੱਖਿਓ। ਜਦੋਂ ਵੀ ਇਮੇਜ ਬਣੂਗੀ ਰੀਅਲ ਤੇ ਨਾਲ ਪੱਕਾ ਕੀ ਹੋਊਗੀ ਇਨਵਰਟਡ ਹੋਊਗੀ, ਇਹ ਯਾਦ ਹੀ ਕਰ ਲਓ। ਤਾਂ ਜੇ ਵਰਚੁਅਲ ਹੈ ਤਾਂ ਇਰੈਕਟ, ਠੀਕ ਹੈ। ਅੱਛਾ 4 प्रॉपर्टी हो गई। पंजवीं, अच्छा पंजवीं प्रॉपर्टी की है देखो, जे मान लो आ मिरर है,
ਜਿਹਦੇ ਤੁਸੀਂ ਸਾਹਮਣੇ ਖੜੇ ਹੋ ਹਨਾ, ਇਸ ਮਿਰਰ ਤੇ ਤੁਸੀਂ ਆਪਣਾ ਹੱਥ ਰੱਖ ਕੇ ਦੇਖਿਓ, ਤਾਂ ਜਿਵੇਂ ਮਿਰਰ ਦੇ ਉੱਪਰ ਹੱਥ ਰੱਖੋਗੇ ਨਾ ਤੁਹਾਡੀ ਇਮੇਜ ਵੀ ਨਾਲ ਹੀ ਹੋਊਗੀ। ਜੇ ਇਹਨੂੰ 1 ਸੈਂਟੀਮੀਟਰ ਦੂਰ ਲੈ ਕੇ ਜਾਓਗੇ ਤਾਂ ਮਿਰਰ ਦੇ ਵਿੱਚ ਵੀ ਤੁਹਾਡੀ ਇਮੇਜ 1 ਸੈਂਟੀਮੀਟਰ ਦੂਰ ਜਾਊਗੀ। ਜੇ ਤੁਸੀਂ ਮਿਰਰ ਤੋਂ 2 ਸੈਂਟੀਮੀਟਰ ਆਬਜੈਕਟ ਲੈ ਕੇ ਜਾਓਗੇ ਤਾਂ ਮਿਰਰ ਦੇ ਵਿੱਚ ਵੀ ਤੁਸੀਂ ਦੇਖੋ 2 ਸੈਂਟੀਮੀਟਰ ਇਮੇਜ ਤੁਹਾਡੀ ਦੂਰ ਜਾਊਗੀ। ਮਤਲਬ ਕੀ ਹੈ, ਜਿੰਨਾ ਡਿਸਟੈਂਸ ਆਬਜੈਕਟ ਤੇ ਮਿਰਰ ਦਾ ਹੁੰਦਾ ਹੈ, ਉਨਾ ਹੀ ਡਿਸਟੈਂਸ ਇਮੇਜ ਤੇ ਮਿਰਰ ਦਾ ਹੁੰਦਾ ਹੈ। ਇਹ ਤੁਸੀਂ ਘਰੇ ਪ੍ਰੈਕਟੀਕਲ ਸਾਰੀਆਂ ਚੀਜ਼ਾਂ ਨੇ, ਤੁਸੀਂ ਕਰਕੇ ਦੇਖ ਸਕਦੇ ਹੋ। ਜਿਹੜੇ ਬੱਚੇ ਇੱਥੇ ਆਏ ਸੀ ਉਹਨਾਂ ਨੂੰ ਮੈਂ ਮਿਰਰ ਰਾਹੀਂ ਚੀਜ਼ਾਂ ਕਰਕੇ ਵੀ ਦਿਖਾਈਆਂ ਸੀ। ਹਰ ਇੱਕ ਦੇ ਘਰੇ ਮਿਰਰ ਹੈਗਾ ਹੈ, ਠੀਕ ਹੈ। ਮਿਰਰ ਦੇ ਨਾਲ ਨੱਕ ਲਾ ਕੇ ਖੜ ਜਾਓ, ਤੁਸੀਂ ਦੇਖਿਓ ਨੱਕ ਦੇ ਨਾਲ ਨੱਕ ਤੁਹਾਡੀ ਇਮੇਜ ਬਣ ਜਾਊਗੀ। ਜੋ ਥੋੜਾ ਪਿੱਛੇ ਹੋਗੇ ਤਾਂ ਤੁਹਾਨੂੰ ਇਹ ਲੱਗੂਗਾ ਮਿਰਰ ਦੇ ਵਿੱਚ ਵੀ ਇਮੇਜ ਪਿੱਛੇ ਹੋਊਗੀ। ਇਹਦਾ ਪਿੱਛੇ ਹੋਣ ਦਾ ਮਤਲਬ ਇਹ ਨਹੀਂ ਵੀ ਸ਼ੀਸ਼ੇ ਚੋਂ ਬਾਹਰ ਆ ਗਈ, ਮਿਰਰ ਚੋਂ ਬਾਹਰ ਆ ਗਈ, ਨਹੀਂ, ਤੁਹਾਨੂੰ ਅਪੀਅਰ ਹੋਊਗਾ ਏਦਾਂ ਦਾ। ਤਾਂ ਜਿਵੇਂ ਮੰਨ ਲਓ ਮੈਂ ਇੱਥੇ ਬਣਾਉਣ ਦੀ ਕੋਸ਼ਿਸ਼ ਕਰਾਂ ਜੀ, ਵੀ ਆਹ ਤੁਹਾਡੇ ਕੋਲੇ ਕੀ ਹੈ, ਇੱਕ ਮਿਰਰ ਹੈ, ਪਲੇਨ ਮਿਰਰ, ਠੀਕ ਹੈ। ਤੇ ਮੰਨ ਲਓ ਤੁਸੀਂ ਇੱਥੇ ਖੜੇ ਹੋ, ਆਹ ਤੁਹਾਡੀ ਪੋਜੀਸ਼ਨ ਹੈ, ਠੀਕ ਹੈ। ਤੇ ਮੰਨ ਲਓ ਆਹ ਡਿਸਟੈਂਸ ਹੈਗਾ ਜਿਹੜਾ u, ਆਬਜੈਕਟ ਦਾ ਡਿਸਟੈਂਸ ਅਸੀਂ u ਨਾਲ ਲਿਖਦੇ ਹਾਂ, ਇਹ ਆਬਜੈਕਟ ਹੈ। ਤਾਂ ਜਿਹੜੀ ਇਹਦੇ ਇੱਧਰ ਇਮੇਜ ਬਣੂਗੀ, ਇਹ ਡਿਸਟੈਂਸ ਹੈਗਾ v, ਇਹ ਇਮੇਜ ਹੈ, ਤੇ ਦੋਨੇ ਬਰਾਬਰ ਹੋਣਗੇ। ਇੱਕ ਪ੍ਰੋਪਰਟੀ ਹੋਗੀ, ਠੀਕ ਹੈ ਜੀ। ਇਸ ਤੋਂ ਬਾਅਦ 6th ਪ੍ਰੋਪਰਟੀ ਕੀ ਹੈ? 6th ਪ੍ਰੋਪਰਟੀ, image formed by plane mirror is laterally inverted, ਨਿਤਿਸ਼ ਅਸਲ 'ਚ ਇਹਦੇ ਬਾਰੇ ਗੱਲ ਕਰ ਰਿਹਾ ਸੀਗਾ, laterally inverted ਦਾ ਮਤਲਬ ਇਹ ਹੁੰਦਾ ਬੱਚੇ, ਜਦੋਂ ਅਸੀਂ ਮਿਰਰ ਦੇ ਵਿੱਚ ਸੱਜੇ ਨੂੰ ਦੇਖਿਆ, ਸੱਜੀ ਸਾਈਡ ਦੇਖਣਾ, ਮਤਲਬ ਰਾਈਟ ਹੈਂਡ ਸਾਈਡ ਦੇਖਦੇ ਹਾਂ ਤਾਂ ਸਾਨੂੰ ਉਹ ਲੈਫਟ ਨਜ਼ਰ ਆਉਂਦੀ ਹੈ, ਤੇ ਜਦੋਂ ਲੈਫਟ ਦੇਖਦੇ ਹਾਂ ਫਿਰ ਉਹ ਰਾਈਟ ਨਜ਼ਰ ਆਉਂਦੀ ਹੈ। ਜਦੋਂ ਕੀ ਹੈ, ਕੋਈ ਵੀ ਪਰਸਨ ਨਵੀਂ ਪੱਗ ਬੰਨਣੀ ਸਿੱਖਦਾ ਹੈ ਹਨਾ, ਤਾਂ ਉਹਨੂੰ ਇਹ ਬੜੀ ਦਿੱਕਤ ਰਹਿੰਦੀ ਹੈ। ਮਤਲਬ ਜੇ ਤੁਸੀਂ ਇਸ ਸਾਈਡ ਲੈਟਰ ਰੱਖੋ ਕੋਈ ਆਰ ਹਨਾ, ਤਾਂ ਇਹ ਆਰ ਤੁਹਾਨੂੰ ਮਿਰਰ ਦੇ ਵਿੱਚ ਐਵੇਂ ਦਿਖਾਈ ਦੇਊਗਾ। ਇਹਨੂੰ ਬੋਲਦੇ ਆ ਲੇਟਰਲ ਇਨਵਰਟਡ। ਮਤਲਬ ਤੁਹਾਡਾ ਲੈਫਟ ਰਾਈਟ ਦਿਖੂਗਾ ਤੇ ਰਾਈਟ ਤੁਹਾਡਾ ਕੀ ਦਿਖੂਗਾ, ਲੈਫਟ ਦਿਖੂਗਾ। ਇਸ ਨੂੰ ਅਸੀਂ ਕੀ ਬੋਲਦੇ ਹਾਂ, ਲੇਟਰਲੀ ਇਨਵਰਟਡ ਹੋਣਾ। ਹੁਣ ਦੇਖੋ ਐਂਬੂਲੈਂਸ ਤੇ ਜਿਹੜਾ ਕੀ ਨਾਮ ਹੈ ਉਹ ਪੁੱਠਾ ਲਿਖਿਆ ਜਾਂਦਾ, ਕਿਉਂ? ਤਾਂ ਕਿ ਜਦੋਂ ਡਰਾਈਵਰ ਮਿਰਰ ਦੇ ਵਿੱਚੋਂ ਦੇਖੇ ਉਹਨੂੰ ਬਿਲਕੁਲ ਸਿੱਧਾ ਦਿਖੇ, ਇਹ ਕਾਰਨ ਹੁੰਦਾ ਹੈ। 6 ਪ੍ਰਾਪਰਟੀਆਂ ਹੋ ਗਈਆਂ। 7ਵੀਂ ਪ੍ਰਾਪਰਟੀ, ਅੱਛਾ, ਜਦੋਂ ਤੁਸੀਂ ਮਿਰਰ ਦੇ ਸਾਹਮਣੇ ਖੜਦੇ ਹੋ, ਜਿੰਨੀ ਤੁਹਾਡੀ ਐਕਚੁਅਲ ਹਾਈਟ ਹੈ, ਜਿੰਨੀ ਤੁਹਾਡਾ ਐਕਚੁਅਲ ਸਾਈਜ਼ ਹੈ, ਉਨੀ ਹੀ ਇਮੇਜ ਦਾ ਸਾਈਜ਼ ਹੁੰਦਾ ਹੈ। ਇਹ ਨਹੀਂ ਮਤਲਬ ਤੁਸੀਂ ਅਗਰ 5 ਫੁੱਟ ਦੇ ਹੋ ਤਾਂ ਤੁਸੀਂ ਜਦੋਂ ਮਿਰਰ 'ਚ ਦੇਖਦੇ ਹੋ ਤਾਂ ਤੁਸੀਂ 10 ਫੁੱਟ ਦੇ ਦਿਖਾਈ ਦਿੰਦੇ ਹੋ ਨਾ। ਅਗਰ ਐਵੇਂ ਦਾ ਕੁਝ ਹੋ ਰਿਹਾ ਹੈ, ਜਾਂ ਛੋਟੇ ਦਿਖਾਈ ਦੇ ਰਹੇ ਹੋ ਜਾਂ ਵੱਡੇ, ਇਹਦਾ ਮਤਲਬ ਪਲੇਨ ਮਿਰਰ ਨਹੀਂ ਹੈਗਾ। ਪਲੇਨ ਮਿਰਰ ਜਿੰਨਾ ਤੁਹਾਡਾ ਸਾਈਜ਼ ਐਕਚੁਅਲ 'ਚ ਹੈ ਉਨਾ ਹੀ ਦਿਖਾਉਂਦਾ ਹੈ। ਤਾਂ ਮੈਂ ਕਹਿ ਸਕਦਾ ਹਾਂ ਕਿ ਸਾਈਜ਼ ਆਫ ਇਮੇਜ is equal to ਕੀ ਹੁੰਦਾ ਹੈ, ਸਾਈਜ਼ ਆਫ ਆਬਜੈਕਟ। ਜਿਹੜਾ ਇਮੇਜ ਦਾ ਸਾਈਜ਼ ਆ ਉਹਨੂੰ ਅਸੀਂ h2 ਨਾਲ ਲਿਖਦੇ ਹੁੰਦੇ ਹਾਂ, ਸਾਈਜ਼ ਆਫ ਆਬਜੈਕਟ ਨੂੰ ਅਸੀਂ h1 ਨਾਲ ਲਿਖਦੇ ਹਾਂ, ਤਾਂ ਦੋਨੇ ਕੀ ਹੋਣਗੇ, ਸੇਮ ਹੋਣਗੇ। 8th ਪ੍ਰੋਪਰਟੀ ਕੀ ਹੈ ਜੀ, ਅਗਰ ਆਹ ਇੱਕ ਪਲੇਨ ਮਿਰਰ ਹੈ, ਆਹ ਪਲੇਨ ਮਿਰਰ ਹੈ, ਅਗਰ ਕੋਈ ਇੱਥੇ ਇੱਕ ਆਬਜੈਕਟ ਹੈ, ਉਹ ਆਬਜੈਕਟ ਇਹ ਸਾਈਡ ਮੰਨ ਲਓ u ਵੈਲੋਸਿਟੀ ਨਾਲ ਜਾ ਰਿਹਾ, ਠੀਕ ਹੈ। ਚਲੋ ਮੈਂ v ਲਿਖ ਦਿੰਦਾ, vo ਵੈਲੋਸਿਟੀ ਆਫ ਆਬਜੈਕਟ। ਤਾਂ ਆਪਾਂ ਨੂੰ ਪਤਾ ਜੇ ਆਹ ਡਿਸਟੈਂਸ u ਸੀ ਤੇ ਉਨੇ ਹੀ ਡਿਸਟੈਂਸ ਤੇ ਕੀ ਬਣੂਗੀ, ਇਮੇਜ ਬਣੂਗੀ। ਇਹ ਤਾਂ ਆਪਾਂ ਨੂੰ ਪਤਾ ਹੈ। ਜਿਵੇਂ ਜਿਵੇਂ ਤੁਸੀਂ ਆਬਜੈਕਟ ਨੂੰ ਮਿਰਰ ਦੇ ਨੇੜੇ ਲੈ ਕੇ ਜਾਓਗੇ, ਤੁਹਾਡੀ ਇਮੇਜ ਵੀ ਤੁਹਾਡੇ ਬਰਾਬਰ ਇਸ ਸਾਈਡ ਆਊਗੀ, ਉਹਦੀ ਵੈਲੋਸਿਟੀ ਵੀ ਤੁਹਾਡੇ ਬਰਾਬਰ ਹੀ ਹੋਊਗੀ, ਵੈਲੋਸਿਟੀ ਆਫ ਇਮੇਜ। ਫਰਕ ਕੀ ਹੋਊਗਾ, ਡਾਇਰੈਕਸ਼ਨ ਆਪੋਜ਼ਿਟ ਹੋਊਗੀ। ਮਾਈਨਸ ਸਾਈਨ ਕੀ ਰਿਪਰੈਜ਼ੈਂਟ ਕਰਦਾ ਹੈ, डायरेक्शन ऑपोजिट। अगर मिरर एट रेस्ट है, अगर मिरर एट रेस्ट है, ਇਹਨੂੰ A ਪਾਰਟ ਬਣਾ ਲਓ, ਠੀਕ ਹੈ ਜੀ। ਇਹ ਧਿਆਨ ਚ ਰੱਖਿਓ ਹਮੇਸ਼ਾ, ਅਗਰ ਤੁਸੀਂ ਕਿਸੇ ਮਿਰਰ ਵੱਲ 2 ਮੀਟਰ ਪਰ ਸੈਕਿੰਡ ਨਾਲ ਭੱਜੋਗੇ ਨਾ, ਤਾਂ ਤੁਹਾਡੀ ਇਮੇਜ ਵੀ ਮਿਰਰ ਵੱਲ 2 ਮੀਟਰ ਪਰ ਸੈਕਿੰਡ ਨਾਲ ਭੱਜੂਗੀ, ਸੇਮ ਵੈਲੋਸਿਟੀ ਨਾਲ ਭੱਜਦੀ ਹੈ। ਡਾਇਰੈਕਸ਼ਨ ਆਪੋਜ਼ਿਟ ਹੈ, ਤੁਸੀਂ ਇੱਧਰ ਜਾ ਰਹੇ ਹੋ, ਇਮੇਜ ਤੁਹਾਡੀ ਇੱਧਰ ਆਊਗੀ। ਫਿਰ ਜਦੋਂ ਹੀ ਤੁਸੀਂ ਸ਼ੀਸ਼ੇ ਦੇ ਨਾਲ ਆ ਕੇ ਲੱਗ ਜਾਓਗੇ ਤਾਂ ਤੁਹਾਡੀ ਇਮੇਜ ਵੀ ਕੀ ਹੈ, ਸ਼ੀਸ਼ੇ ਦੇ ਨਾਲ ਹੀ ਆ ਜਾਊਗੀ, ਠੀਕ ਹੈ। B ਪਾਰਟ ਦੇ ਵਿੱਚ ਕੀ ਹੈ, ਜੇ ਮਿਰਰ ਵੀ ਮੂਵ ਕਰ ਰਿਹਾ ਹੋਵੇ, ਮੰਨ ਲਓ ਜਿਵੇਂ
ਆ ਤੁਹਾਡੇ ਕੋਲ ਮਿਰਰ, ਆ ਤੁਹਾਡੇ ਕੋਲ ਮਿरर, ठीक है। आ ਤੁਹਾਡੇ ਕੋਲ ऑब्जेक्ट, ऑब्जेक्ट ਦੀ वेलोसिटी है VO, ठीक है। ਤੇ ਇੱਥੇ ਹੈਗੀ ਦੀ इमेज, इमेज ਦੀ वेलोसिटी है VI, ठीक है। मान लो मिरर इधर भज रहा, मिरर दौड़ रहा हूं, वेलोसिटी ऑफ मिरर, ठीक है। तो जे तुसी वेलोसिटी ऑफ मिरर फाइंड करनी होवे तो शॉर्टकट है वेलोसिटी ऑफ ऑब्जेक्ट प्लस वेलोसिटी ऑफ इमेज बाय 2। एवरेज वेलोसिटी का कंसैप्ट याद रखो। कई बार तुहानू मिरर की वेलोसिटी गिवन कर देंगे, ऑब्जेक्ट की कह देंगे, तुहानू कहेंगे वेलोसिटी ऑफ इमेज फाइंड करो। तो कोई भी अगर दो पैरामीटर तुहानू गिवन है, थर्ड पैरामीटर कैलकुलेट कर सकते, बट ध्यान ये रखियो अगर इस साइड जाओगे तो आंसर पॉजिटिव लिखने ने, अगर इस साइड जाओगे तो आंसर नेगेटिव लिखने ने। क्यों? क्योंकि सानू पता है इस साइड पॉजिटिव एक्स एक्सिस होंदी है, इस साइड नेगेटिव एक्स एक्सिस। ये नहीं भूलना। जी मान लो सुन मैं इत्थे एग्जांपल देवां कि जिहड़े वेलोसिटी ऑफ ऑब्जेक्ट है मान लो 2 मीटर पर सेकंड है, ਇਹਦਾ मतलब का होगी प्लस क्योंकि सज्जे पासे जा रहे हैं। अच्छा ਤੁਹਾਨੂੰ कहना ਜਿਹੜੀ मिरर है, मिरर ਦੀ वेलोसिटी 1 मीटर पर सेकंड है, ये लेफ्ट हैंड साइड जा रहे हैं तो मतलब ये माइनस लवांगे ਅਸੀਂ। ਤੁਹਾਨੂੰ कहना वेलोसिटी ऑफ इमेज फाइंड करो, तो बड़ा सिंपल है जी। मिरर ਦੀ वेलोसिटी -1, ऑब्जेक्ट ਦੀ 2, इमेज ਦੀ ਅਸੀਂ फाइंड करनी है, ਇਹਦੇ ਮੂਰੇ कुछ नहीं लिखना प्लस माइनस, मतलब अलग तो नहीं लिखना, जो है फॉर्मूले एज इट इज लिखना है, ऑटोमेटिकली आ जाएगा। ये कितना आ जाएगा, ये क्या -2 इज इक्वल टू 2 प्लस वेलोसिटी ऑफ इमेज, इन उधर लेके जाओगे तो कितना आ गया, वेलोसिटी ऑफ इमेज इज इक्वल टू देखो -4 आ गया ना, ਇਹਦਾ मतलब इमेज किधर जाऊगी लेफ्ट हैंड साइड, ਤੇ देखो इमेज लेफ्ट हैंड साइड आ गई। इस तरीके ਨਾਲ ਇਸ ਤੇ न्यूमेरिकल ਤੁਸੀਂ सॉल्व कर सकते हो। बहुत ईजी फार्मूला, डायरेक्ट फार्मूला दस्या ਤੁਹਾਨੂੰ एवरेज ਦਾ, ਉਹ ਪੜ੍ਹਦੇ ਨੇ ਨਾ v एवरेज u प्लस v बाय 2 ਉਹੀ है बस। अच्छा कितनी प्रॉपर्टी हो गया, 8 प्रॉपर्टीज हो गया। 9 नंबर प्रॉपर्टी की है मिनिमम लेंथ रिक्वायर्ड टू सी फुल इमेज ऑफ ऑब्जेक्ट। ऑब्जेक्ट दी फुल इमेज देखने लिए घट्टो घट्ट कितनी लेंथ चाहिए है, अगर असीं ये फाइंड करना होवे तो अगर किसी ऑब्जेक्ट की हाइट h है ਉਹਦਾ हाफ कर दो, बस उन्नी लेंथ चाहिए है। ये डायरेक्ट फार्मूला 1 नंबर च क्वेश्चन आ जाता। मान लो किसी दी जिहड़ी हाइट है वो 10 मीटर है, ठीक है, तो तुसीं चाहुंदे भी छोटे तो छोटा मिरर खरीदना सी तो तुसीं 5 मीटर का खरीद लो, तो तुहानूं ਉਹਦੇ ਵਿੱਚ ਉਹਦੀ पूरी लेंथ दिखूगी। हाँ ये नहीं भी बिल्कुल नेड़े खड़ जाओगे तो देखोगे, जो थोड़ा दूर जाओगे एक पर्टिकुलर डिस्टेंस से आके तुहानूं पूरी फुल इमेज दिखूगी। बट जो 5 मीटर तो घट होया फिर जिन्नी मर्जी दूर हो जाओ, जिन्नी मर्जी दूर सारी फोटो नहीं दिखती, कुछ ना कुछ फोटो कट्टी जाऊगी तुहाडी, ठीक है जी। ते 10th प्रॉपर्टी हैगी है जी नंबर ऑफ इमेजेस फाइंड करनी। नंबर ऑफ इमेजेस फॉर्म्ड बाय प्लेन मिरर। ਤੁਹਾਡੀ बुक ਦੇ ਵਿੱਚ 3-4 प्रॉपर्टीज ਦਿੱਤੀ ਹੋਈਆਂ ਨੇ, मैं क्वेश्चन ਦਾ ਸਾਰੇ ਦੇ ਚੱਕ ਕੇ ਇੱਕ ਜਗ੍ਹਾ ਤੇ करते। ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, देखो मान लो जिवें आ एक मिरर है, प्लेन मिरर, एक मान लो आ प्लेन मिरर है, मतलब दो प्लेन मिरर करके तुसीं ये देखना भी कितनी नंबर ऑफ इमेजेस बनणगीਆਂ, ਤਾਂ ਇਹਨਾਂ ਦੇ ਵਿਚਕਾਰ ਦਾ ਕੋਈ ਨਾ ਕੋਈ एंगल ਹੋਊਗਾ ਤੁਹਾਨੂੰ गिवन, ठीक है। तुसीं की करना फिर इफ 360 डिग्री बाय थीटा आ फार्मूला है इज इवन, अगर तुसीं इहनूं डिवाइड करके इवन नंबर आ जाए दैन नंबर ऑफ जिहड़ी इमेजेस होणगीਆਂ n स्टैंड्स फॉर नंबर ऑफ इमेजेस, ਤਾਂ ਤੁਸੀਂ ਇਸ इवन नंबर ਦੇ ਵਿੱਚੋਂ ਇੱਕ ਮਾਈਨਸ ਕਰ ਦੇਣਾ, ਉਨੀਆਂ नंबर ऑफ इमेजेस ਹੋਣਗੀਆਂ। आई रिपीट, अगर 360 बाय थीटा करके ਤੁਹਾਡੇ ਕੋਲ इवन नंबर आ जाता है तो उस इवन नंबर ਦੇ ਵਿੱਚੋਂ ਇੱਕ ਮਾਈਨਸ ਕਰਦੇ ਤੁਹਾਡੇ ਕੋਲ नंबर ऑफ इमेजेस होणगीਆਂ। जिवें एग्जांपल कहां मैं कि अगर सपोज थीटा 90 डिग्री है दो मिरर्स के विचकार, तो 360 बाय 90 करोगे कितना होगा, 9 चौका 36, देखो 4 की है, 4 एक इवन नंबर है। मैं तुहानूं पूछा नंबर ऑफ इमेजेस कितनी ने, तुसीं कहोगे 4 - 1 मतलब कितना आ गया 3। अच्छा बी पार्ट, अगर मैं तुहानूं कहां इफ 360 डिग्री बाय थीटा इज ऑड नंबर, अगर ये ऑड होंदा है देन नंबर ऑफ इमेजेस बस जिन्ना इनू कैलकुलेट करके आ गया उन्ना ही है, फिर कुछ भी नहीं माइनस करना। जो मैं तुहानूं कहा एग्जांपल आप ले लें थीटा इज इक्वल टू 120 डिग्री, तो नंबर ऑफ इमेजेस कितना हुआ 360 अपॉन 120, 12 36, देखो ऑड है ना,
ਤਾਂ ਨੰਬਰ ਆਫ ਇਮੇजेस ਕਿੰਨੀਆਂ ਨੇ ਠੀਕ ਆ ਦੇਖੋ ਇਫ थीटा इज इक्वल टू एक केस में होर बना दा थीटा कितना होवे मान लो 0 डिग्री 0 डिग्री होने का मतलब की है दो मिरर बिल्कुल आपस च पैरेलल रख देगा ਜੇ ਮੰਨ ਲਓ ਤੁਸੀਂ ਜਿਹੜੇ ਰੂਮ 'ਚ ਬੈਠੇ ਹੋ ਜਿੱਥੇ ਵੀ ਤੁਸੀਂ ਬੈਠੇ ਹੋ ਇੱਕ ਸੱਜੇ ਪਾਸੇ ਮਿਰਰ ਲਾ ਦਿਓ ਕੰਨ ਤੇ ਇੱਕ ਖੱਬੇ ਪਾਸੇ ਲਗਾ ਦਿਓ ਠੀਕ ਹੈ ਤਾਂ ਇੱਥੇ ਤੁਸੀਂ ਕਿਤੇ ਬੈਠ ਜਾਓ ਤਾਂ ਦੋਨੋਂ 'ਚ ਥੀਟਾ ਕਿੰਨਾ 0 ਹੈ ਤਾਂ 360 ਡਿਗਰੀ ਬਾਈ 0 ਕਰੋਗੇ ਤਾਂ ਕਿੰਨਾ ਆਊਗਾ ਇਨਫਾਈਨਾਈਟ ਤਾਂ ਤੁਹਾਡੀਆਂ ਇਨਫਾਈਨਾਈਟ ਮਤਲਬ ਅਨਕਾਊਂਟੇਬਲ ਇਮੇजेस ਬਣਨਗੀਆਂ ਤੁਸੀਂ ਦੇਖਿਆ ਹੋਊਗਾ ਜਦੋਂ ਕਿਸੇ ਬਾਰਬਰ ਦੇ ਜਾਂ ਕਿਸੇ ਪਾਰਲਰ ਵਗੈਰਾ 'ਚ ਲੜਕੀਆਂ ਜਦੋਂ ਜਾਂਦੀਆਂ ਨੇ ਜਾਂ ਬॉयਜ਼ ਜਦੋਂ ਬਾਰਬਰ ਦੇ ਸ਼ਾਪ ਤੇ ਜਾਂਦੇ ਆ ਉੱਥੇ ਕੀ ਹੈ ਜਿੱਥੇ ਚੇਅਰ ਲੱਗੀ ਹੁੰਦੀ ਤੇ ਫਰੰਟ ਦੇ ਤੇ ਬੈਕ ਸਾਈਡ ਸ਼ੀਸ਼ਾ ਹੁੰਦਾ ਹੈ ਮਿਰਰ ਹੁੰਦਾ ਹੈ ਉਹਦੇ ਵਿੱਚ ਬਹੁਤ ਸਾਰੀਆਂ ਨੰਬਰ ਆਫ ਇਮੇजेस ਬਣਦੀਆਂ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਜੇ ਤੁਹਾਨੂੰ ਦੋ ਮਿਰਰਸ ਦੇ ਵਿਚਕਾਰ ਦਾ ਐਂਗਲ ਕੀ ਬਣਾਇਆ ਤੁਸੀਂ ਨੰਬਰ ਆਫ ਇਮੇजेस ਕੈਲਕੂਲੇਟ ਕਰ ਸਕਦੇ ਹੋ ਇਜ਼ ਇਟ ਕਲੀਅਰ ਟੂ ਆਲ ਹਾਂਜੀ ਸਰ ओके कितनी प्रॉपर्टीज हो गई 10 प्रॉपर्टीज हो गई 11th प्रॉपर्टी 11th प्रॉपर्टी की है नाल पढ़ी चलो बच्चे चैप्टर बहुत वड्डा है जे तुसी ये सोचोगे भी दोबारा पढ़ लांगे तो नहीं पढ़ाया जाना है ये चैप्टर ऑप्टिक्स ਨੂੰ ਨਾਲ बहुत अच्छे तरीके ਨਾਲ पढ़ लियो ताकि सानू दोबारा देखने की लोड़ ना पवे तुसी देख भी रहे हो कि कुछ ਇਹਦੇ ਵਿੱਚ ਨਵਾਂ ਨਹੀਂ ਹੈਗਾ ਆ प्रॉपर्टीज मैं ਨਵੇਂ ਤਰੀਕੇ ਨਾਲ ਕਰਵਾਈਆਂ ਨੇ ਤੁਸੀਂ ਘੱਟ ਪੜੀਆਂ ਹੋ ਸਕਦੀਆਂ ਨੇ बट कंसेप्ट सारे सेम ही ने मान लो प्लेन मिरर है बच्चे ਤੇ ਇੱਥੇ ਇੱਕ ਰੇ ਆਫ ਲਾਈਟ ਕੀ ਹੈ ਇਦਾਂ ਅਸੀਂ ਇਨਸੀਡੈਂਟ ਕਰਾਤੇ ਇਦਾਂ ਇਦਾਂ ਇੱਕ ਰੇ ਆਫ ਲਾਈਟ ਠੀਕ ਹੈ ਜੀ ਇਹਨੂੰ ਅਸੀਂ ਕੀ ਬੋਲਦੇ इंसीडेंट रे ठीक है ये हो गया था एंगल आई एंगल ऑफ लॉ ऑफ रिफ्लेक्शन तो पढ़े ही हुए ना तुसी लॉ ऑफ रिफ्लेक्शन की कहता है कि जिन्ना एंगल ऑफ इंसिडेंस हुंदा उन्ना ही एंगल ऑफ की हुंदा है रिफ्लेक्शन हुंदा है लॉ ऑफ रिफ्लेक्शन ठीक है ते दूसरा लॉ की कहता है कि भी जिहड़ी इंसिडेंट रे हुंदी है ते रिफ्लेक्टेड रे हुंदी है एंड नॉर्मल all lies in same plane ये तो बच्चों वाली गल है मैं दोबारा कराने की लगता नहीं लोड़ हैगी सेम प्लेन ठीक है बट फिर भी चलो मैं बाद में एक बार दस देना एक बार चीज सुन लो ये हैगा बच्चे नॉर्मल नॉर्मल हुंदा जेड़ा प्लेन 90 डिग्री दा एंगल बनदा आ इंसिडेंट रे ते नॉर्मल दे विचकार दा एंगल हुंदा है एंगल ऑफ इंसिडेंस ते ये रे ऑफ लाइट इथों रिफ्लेक्ट होके इदां मुड़ जाए आ एंगल की हो गया एंगल आर ते दोनों बराबर होने ये की है ये रिफ्लेक्टेड रे हुण सपोज करो कि यह मिरर ना हुंदा मैं दोबारा लिंक भेजू सा टाइम खत्म होने वाला ही है जे मिरर यह ना हुंदा बच्चे तो ये रे ऑफ लाइट ने बिल्कुल स्ट्रेट जाना सी ठीक है जी मतलब ये भी इंसीडेंट रे है अच्छा इंसीडेंट रे दा ते इस मिरर नाल जिहड़ा एंगल है इहनू बोलदे ग्लैंसिंग एंगल जी ग्लैंसिंग एंगल अच्छा देखो जे आई ते आर बराबर ने मतलब मैं तुहानू कहा आ 45 डिग्री है आ भी मान लो 45 डिग्री है तो ये भी कितना होगा 45 होगा ना कि 45 45 फिर 90 बनूगा अच्छा अगर ये 45 है तो ये भी कितना होगा 45 मतलब अगर ए वाला एंगल जी है तो आ भी एंगल जी होता है ध्यान रखिए कि आ जी है तो वर्टिकली ऑपोजिट भी एंगल कितना होगा जी ਤੇ ਇਸ ਇਨਸੀਡੈਂਟ ਰੇ ਤੇ ਇਸ ਰਿਫਲੈਕਟਡ ਰੇ ਦੇ ਵਿੱਚ ਜਿਹੜਾ ਐਂਗਲ ਬਣਦਾ ਹੈ ਇਹਨੂੰ ਅਸੀਂ ਬੋਲਦੇ ਹਾਂ ਡੈਲ एंगल ऑफ डेविएशन ए इक्वल टू की होगा g प्लस जी मतलब 2g ये प्रॉपर्टी है कि जो रिफ्लेक्टेड रे है रिफ्लेक्टेड रे एंड इंसिडेंट रे मैं लिख लो एंगल बिटवीन इंसिडेंट रिफ्लेक्टेड रे एंड इंसिडेंट रे इज ट्वाइस ऑफ द ग्लैंसिंग एंगल ट्वाइस ऑफ द ग्लैंसिंग एंगल वैसे प्रॉपर्टी होगी तो इस डेल ਨੂੰ ਬੋਲਦੇ ਕੀ ਹੈ ਇਹਨੂੰ ਬੋਲਦੇ एंगल ऑफ डेविएशन एंगल ऑफ डेविएशन मतलब किन्नी एंगल ਤੇ ਜਿਹੜੀ ਰਿਫਲੈਕਟਡ ਰੇ ਆ ਉਹ ਡੇਵੀਏਟ ਹੋਗੀ ਕਿਹਦੇ ਨਾਲੋਂ इंसिडेंट ਦੇ ਨਾਲੋਂ प्रॉपर्टी याद ही रखियो हमेशा कि डेल is always twice of the glancing angle दोबारा लिंक भेज रहे फिर ज्वाइन